ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨੈਰ ਬਰਨ ਜਾਤ ਅਰ ਪਾਤ ਨਹਨ ਜਿਹੇ, ਰੂਪ ਰੰਗ ਅਰ ਦੇਖ ਭੇਖ ਕੋ ਕਹਿ ਨ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ। ਸਾਹੇ ਸਹਾਣ ਗਣਜੈ ਤ੍ਰੇ ਭਵਨ ਮਹੀਪ, ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਤੂੰ ਠਾਕੁਰੋ ਬੈਰਾਗਰੋ, ਮੈਂ ਜਿਹੀ ਕਣ ਛੇਰੀ ਰਾਮ। ਤੂੰ ਸਾਗਰੋ ਰਤਨਾਗਰੋ, ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ, ਕਰ ਮਿਹਰ ਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਗਰਬ ਨਾ ਕੀਜੈ ਅਰੇਣ ਹੋਵੀਜੈ, ਤਾਂ ਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਸਭ ਉਪਰ ਨਾਨਕ ਕਾ ਠਾਕੁਰ, ਮੈਂ ਜਿਹੀ ਕਣ ਚੇਰੀ ਰਾਮ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ। ਇਕ ਉਤਮ ਪੰਥ ਸੁਨਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ ਪਾਏ।
ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸੰਮੰਦੇ ਨੂਰ ਅਰਸਾ ਕੁਰਸਾ ਝਟੀਐ ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਫਟੀਐ ਸਜਣ ਸੱਚਾ ਪਾਤਸ਼ਾਹ ਸਿਰ ਸਹਾੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰੇ ਮੁੰਦ ਕਟਾਰੇ ਜੇਵੜਾ ਤੇਰੇ ਲੋਭੀ ਲੋਭ ਲੁਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ ਤੇਰੇ ਮੁੰਦ ਕਟਾਰੇ ਜੀਵੜਾ ਤੇਰੇ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਮਿਟੋ ਖੰਨੀਏ ਬੰਜਿਆ ਤੇਰੇ ਨਾਮ ਮਿਟੋ ਕੁਰਬਾਨੋ ਜਾ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ ਚੂੜਾ ਭੰਨ ਪਲੰਗ ਸੋ ਮੁੰਦੇ ਸਣ ਬਾਹੀ ਸਣ ਬਾਹਾ ਇਤੇ ਵੇਸ ਕਰਿੰਦੇ ਮੁੰਡੇ ਸੋ ਰਤ ਅਵਰਾਹਾ ਨਾਮ ਨਿਆਰ ਨ ਚੂੜੀਆ ਨਾ ਸੇ ਬੰਗੜੀਆ ਜੋ ਸੈ ਕੰਠ ਨੂੰ ਲੱਗੀਆ ਜਲ ਸੇ ਬਾਹੜੀਆ ਸਭ ਸਹੀਆ ਸੋ ਰਾਵਣ ਗਈਆ ਹਉ ਦਾਦੀ ਕੈ ਜਰ ਜਾਵਾ ਔ ਮਾਲੀ ਹੋ ਖਰੀ ਸੁਚਜੀ ਤੈ ਸਹਿ ਇਕ ਨਾ ਭਾਵਾ ਮਾਠ ਕੁੰਦਾਈ ਪੱਟੀਆ ਭਰੀਐ ਮੰਗ ਸੰਧੂਰੇ ਅੱਗੇ ਗਏ ਨ ਮੰਨਿਆ ਮਰੋ ਵਸੂਰ ਵਸੂਰੇ ਮੈਰੋ ਬੰਦੀ ਸਭ ਜਗ ਰੁੰਨਾ ਰੁਨਣੇ ਮਨੋਂ ਪਖੇਰੂ ਇਕ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨੋਂ ਪਿਰਹਿ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨ ਸਕਾ ਤੁਝ ਕਨ ਪਿਆਰੇ ਭੇਜ ਨ ਸਕਾ ਕੋਏ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋਏ ਤੈ ਸਾਹਿਬ ਕੀ ਬਾਤ ਜੀ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ ਦੀਜੈ ਵਿਣ ਸੇਵ ਕਰੀਜੈ ਕਿਉ ਨਾ ਮਰੀਜੈ ਜੀਅੜਾ ਨਾ ਦੀਜੈ ਜਾਂ ਸੋ ਭਇਆ ਵਿਡਾਣਾ ਸੀਸ ਵੱਡੇ ਕਰ ਬੈਸਨ ਦੀਜੈ ਵਿਣ ਸਿਰ ਸੇਵ ਕਰੀਜੈ
ਕਿਉ ਨਾ ਮਰੀਜੈ ਜੀਅੜਾ ਨਾ ਦੀਜੈ, ਜਾਂ ਸੋ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਜੁੜ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਪਾਤਸ਼ਾਹ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ ਹਨ। ਸਤਿਗੁਰਾਂ ਵੱਲੋਂ ਬਖਸ਼ੇ ਹੋਏ ਪਾਵਨ ਸ਼ਬਦ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕੇ ਗੁਰੂ ਚਰਨਾਂ 'ਚ ਸੁਰਤ ਜੋੜ ਕੇ ਵਿਚਾਰਨਾ। ਸਾਡੇ 'ਚ ਤਾਣ ਨਹੀਂ, ਇਤਨੀ ਬੁੱਧੀ ਨਹੀਂ ਕਿ ਅਸੀਂ ਆਪਣੀ ਬੁੱਧੀ ਦੇ ਬਲ ਦੁਆਰਾ ਸਤਿਗੁਰਾਂ ਦੇ ਸ਼ਬਦ ਨੂੰ ਵਿਚਾਰ ਸਕੀਏ। ਦਇਆ ਮਇਆ ਗੁਰੂ ਨਾਨਕ ਸਾਹਿਬ ਦੀ ਵਰਤੇਗੀ, ਗੁਰੂ ਸਾਹਿਬ ਜੀ ਦਾ ਤਰਸ ਵਰਤੇਗਾ ਤਾਂ ਗੁਰ ਸ਼ਬਦ ਦੀ ਵਿਚਾਰ ਹੋ ਸਕੇਗੀ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਇਕਾਗਰਤਾ ਬਣਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ ਘਰ ਦੂਜਾ। ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ। ਵਡਹੰਸ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਵਿੱਤਰ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਘਰ ਦੂਜਾ, ਦੂਸਰੇ ਘਰ ਸੁਰਤਾਲ ਵਿੱਚ ਇਸ ਪਾਵਨ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮੋਰੀ ਰੁਣ ਝੁਣ ਲਾਇਆ। ਮੋਰਾ ਨੇ ਰਸਦਾਇਕ ਝੀਣੀ ਮੀਣੀ ਆਵਾਜ਼ ਵਿੱਚ ਬੋਲਣਾ ਤੇ ਗਾਇਨ ਕਰਨਾ ਸ਼ੁਰੂ ਕੀਤਾ। ਮੋਰ ਕਦੋਂ ਗਾਉਣਾ ਸ਼ੁਰੂ ਕਰਦੇ ਆ? ਜਦੋਂ ਭੈਣੇ ਸਾਵਣ ਆਉਂਦਾ। ਸਾਵਣ ਦੇ ਮਹੀਨੇ ਵਿੱਚ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਵੇਖ ਕੇ ਮੋਰ ਦੇ ਮਨ ਵਿੱਚ ਮੌਜ ਆਉਂਦੀ ਹੈ, ਖੇੜਾ ਆਉਂਦਾ ਤੇ ਫਿਰ ਉਹ ਪੈਲਾਂ ਪਾਉਂਦਾ ਤੇ ਗਾਉਂਦਾ। ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਮੋਰ ਤੇ ਬਬੀਹੇ ਉਦੋਂ ਬੋਲਦੇ ਨੇ ਜਦੋਂ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲ ਛਾਏ ਹੋਣ। ਕਾਲੇ ਰੰਗ ਦੇ ਛਾਏ ਹੋਏ ਬੱਦਲਾਂ ਨੂੰ ਵੇਖ ਕੇ
ਜਿੱਥੇ ਮੋਰ ਤੇ ਬਬੀਹੇ ਬੋਲਦੇ ਨੇ, ਉਹਨਾਂ ਹੀ ਬੱਦਲਾਂ ਨੂੰ ਵੇਖ ਕੇ ਨਾਗਾਂ ਨੂੰ, ਸੱਪਾਂ ਨੂੰ, ਗਾਵਾਂ ਦੇ ਪੁੱਤਰਾਂ ਨੂੰ, ਬਲਦਾਂ ਨੂੰ, ਔਰ ਰਸਤੇ ਤੇ ਚੱਲ ਕੇ ਜਾਣ ਵਾਲੇ ਮੁਸਾਫਰਾਂ ਨੂੰ ਦੁੱਖ ਹੁੰਦਾ। ਕਿਉਂਕਿ ਜਦੋਂ ਮੀਂਹ ਵਰਸਣਾ ਹੈ ਤੇ ਸੱਪ ਵੀ ਦੁਖਦਾਈ ਹੁੰਦੇ, ਕਿਉਂਕਿ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਨਹੀਂ ਬਚਦੀ, ਖੁੱਡਾਂ 'ਚ ਪਾਣੀ ਭਰ ਜਾਂਦਾ। ਪੁਰਾਣੇ ਸਮਿਆਂ 'ਚ ਕੱਚੇ ਰਾਹ ਹੁੰਦੇ ਸਨ। ਲੋਕ ਜਦੋਂ ਮੀਂਹ ਵਰਸਦਾ ਸੀ ਉਹ ਵੀ ਦੁਖੀ ਹੁੰਦੇ ਸੀ ਵੀ ਹੁਣ ਆਉਣ ਜਾਣਾ ਕਿਵੇਂ ਹੋਵੇਗਾ। ਗਾਈ ਪੁੱਤਾਂ ਨੂੰ ਯਾਨੀ ਕਿ ਬਲਦਾਂ ਨੂੰ ਵੀ ਦੁੱਖ ਹੁੰਦਾ ਸੀ, ਕਿਉਂਕਿ ਜ਼ਿਮੀਂਦਾਰ ਉਹਨਾਂ ਪਿੱਛੇ ਹਲ ਜੋੜ ਲੈਂਦੇ ਤੇ ਖੇਤਾਂ ਵਿੱਚ ਉਹਨਾਂ ਨੂੰ ਲੈ ਟੁਰਦੇ। ਤੇ ਚੌਥੇ ਨਿਰਧਨ ਬੰਦੇ ਜਿਹੜੇ ਗਰੀਬ ਨੇ, ਉਹਨਾਂ ਲਈ ਦੁਖਦਾਈ ਕਿ ਹੁਣ ਉਹ ਸਿਰ ਕਿੱਥੇ ਟੱਕਣ। ਇਸੇ ਤਰ੍ਹਾਂ ਸਾਵਣ ਦਾ ਮਹੀਨਾ ਤੇ ਜਦੋਂ ਮੀਂਹ ਵਰਸਣ ਦੀ ਰੁੱਤ ਆਉਂਦੀ ਹੈ ਤਾਂ ਉਸ ਵੇਲੇ ਮੋਰ ਤੇ ਬਬੀਏ ਖੁਸ਼ੀ ਮਨਾਉਂਦੇ ਹੈ। ਪਰ ਦੂਜੇ ਪਾਸੇ ਜਿਨ੍ਹਾਂ ਦਾ ਪਹਿਲਾਂ ਜ਼ਿਕਰ ਕੀਤਾ ਉਹ ਦੁੱਖ ਮਨਾਉਂਦੇ ਹੈ। ਗੁਰਮੁਖ ਨੂੰ ਇਹ ਮਨੁੱਖੀ ਜਾਮਾ ਪ੍ਰਾਪਤ ਹੋਵੇ ਤਾਂ ਇਸ ਮਨੁੱਖੀ ਜਾਮੇ ਨੂੰ ਪ੍ਰਾਪਤ ਕਰਕੇ ਉਹਦੇ ਅੰਦਰ ਖੇੜਾ ਤੇ ਵਿਗਾਸ ਪੈਦਾ ਹੁੰਦਾ ਹੈ। ਇਹੀ ਮਨੁੱਖੀ ਜਾਮਾ ਜਿਹੜਾ ਮਨਮੁਖ ਨੂੰ ਪ੍ਰਾਪਤ ਹੋਇਆ ਉਹਦੇ ਲਈ ਦੁਖਦਾਈ ਹੈ, ਉਹਦੇ ਲਈ ਕਸ਼ਟਦਾਇਕ ਹੈ। ਇਸ ਕਰਕੇ ਇੱਥੇ ਕਹਿੰਦੇ ਜਿਵੇਂ ਮੋਰ ਰੁਣ ਝੁਣ ਲਾ ਕੇ ਰੱਖਦੇ ਆ ਸਾਵਣ ਦੇ ਮਹੀਨੇ ਦੇ ਆਉਂਦਿਆਂ ਵੇਖ ਕੇ, ਮਿੱਠੀ ਮਿੱਠੀ ਆਵਾਜ਼ ਵਿੱਚ ਗਾਉਂਦੇ ਆ, ਮਹਾਰਾਜ ਤੇਰਾ ਪਾਵਨ ਅੰਮ੍ਰਿਤ ਸ਼ਬਦ ਮੈਂ ਵੀ ਆਪਣੀ ਰਸਨਾ ਤੋਂ ਮਿੱਠਾ ਮਿੱਠਾ ਗਾਵਾਂ। ਉਹਨਾਂ ਮੋਰਾਂ ਦੇ ਮਨਿੰਦ ਮਿੱਠੀ ਮਿੱਠੀ ਧੀਮੀ ਧੀਮੀ ਆਵਾਜ਼ ਵਿੱਚ ਮੈਂ ਤੇਰੇ ਅੰਮ੍ਰਿਤਮਈ ਸ਼ਬਦ ਨੂੰ, ਗੁਰਬਾਣੀ ਨੂੰ ਆਪਣੀ ਰਸਨਾ ਤੋਂ ਪੜ੍ਹਾਂ, ਆਪ ਜੀ ਦੀ ਅੰਮ੍ਰਿਤਮਈ ਬਾਣੀ ਨੂੰ ਆਪਣੀ ਰਸਨਾ ਤੋਂ ਗਾਵਾਂ। ਕਿਉਂਕਿ ਮੇਰੇ ਲਈ ਵੀ ਇਹ ਮਨੁੱਖੀ ਸਰੀਰ ਸਾਵਣ ਦਾ ਮਹੀਨਾ ਆਇਆ ਹੋਇਆ। ਆ ਜਿਹੜਾ ਮਨੁੱਖੀ ਜਾਮਾ ਹੈ ਇਹ ਸਾਵਣ ਦਾ ਮਹੀਨਾ ਹੈ, ਰਸ ਵਾਲਾ ਜੀਵਨ ਹੈ। 84 ਲੱਖ ਜੂਨੀਆਂ ਦੀ ਔੜ ਤੋਂ ਬਾਅਦ, ਭਟਕਣ ਤੋਂ ਬਾਅਦ ਤਾਂ ਜਾ ਕੇ ਸਾਵਣ ਆਇਆ। ਇਹ ਮਨੁੱਖੀ ਜਾਮਾ ਪ੍ਰਾਪਤ ਹੋਇਆ, ਇਹ ਮਨੁੱਖੀ ਸਰੀਰ ਪ੍ਰਾਪਤ ਹੋਇਆ। ਜਿਵੇਂ ਜੇਠ ਹਾੜ ਦੀ ਔੜ ਤੋਂ ਬਾਅਦ ਸਾਵਣ ਦਾ ਮਹੀਨਾ ਆਉਂਦਾ ਤੇ ਮੀਂਹ ਵਰਸਦਾ ਨਾ, ਇੱਦਾਂ 84 ਲੱਖ ਜੂਨੀਆਂ ਦੇ ਗੇੜੇ ਤੋਂ ਬਾਅਦ, ਭਟਕਣ ਤੋਂ ਬਾਅਦ, ਜੇਠ ਹਾੜ ਦੀ ਔੜ ਤੋਂ ਬਾਅਦ ਆ ਮਨੁੱਖੀ ਜਾਮਾ ਜਿਹੜਾ ਪ੍ਰਾਪਤ ਹੋਇਆ ਇਹ ਕਿਸੇ ਸਾਵਣ ਦੇ ਮਹੀਨੇ ਤੋਂ ਘੱਟ ਨਹੀਂ ਹੈ। ਸਾਡੇ ਲਈ ਇਹੀ ਸਾਵਣ ਹੈ। ਔਰ ਇਹੋ ਜਿਹੇ ਸਾਵਣ ਦੇ ਮਹੀਨੇ ਨੂੰ ਪ੍ਰਾਪਤ ਕਰਕੇ ਜਿਹੜੇ ਗੁਰਮੁਖ ਰੂਪੀ ਮੋਰ ਨੇ ਉਹ ਆਪਣੀ ਰਸਨਾ ਤੋਂ ਗੁਰੂ ਦੇ ਸ਼ਬਦ ਰੂਪੀ ਰਸ ਨੂੰ ਲੈ ਕੇ ਉਸ ਸ਼ਬਦ ਨੂੰ ਰੁਣ ਝੁਣ ਸਹਿਤ ਮਿੱਠੀ ਮਿੱਠੀ ਆਵਾਜ਼ ਵਿੱਚ ਗਾਇਨ ਕਰਦੇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰਮੁਖ ਦੀ ਇਹ ਅਵਸਥਾ ਹੈ ਕਿ ਉਹ ਹਰ ਵੇਲੇ ਨਾਦੰ ਕੀਰਤਨ ਕਰਦਾ, ਆਪਣੀ ਰਸਨਾ ਤੋਂ ਵਾਹਿਗੁਰੂ ਗੁਰਬਾਣੀ ਦਾ ਜਾਪ ਜਪਦਾ। ਇਹ ਹੈ ਗੁਰਮੁਖ ਦਾ ਨਾਦੰ, ਕੀਰਤਨ ਕਰਨਾ। ਕੀਰਤਨ ਕਰਦਿਆਂ ਕਰਦਿਆਂ ਕਦੇ ਮਨ ਵਿੱਚ ਟਿਕਾ ਆਇਆ ਤੇ ਫਿਰ ਗੁਰਮੁਖ ਵੇਦੰ, ਫਿਰ ਗੁਰਮੁਖ ਗੁਰਬਾਣੀ ਦੀ ਵਿਚਾਰ ਕਰਨ ਲੱਗ ਪੈਣਾ। ਵੇਦਨ ਦਾ ਮਤਲਬ ਹੁੰਦਾ ਵਿਚਾਰ ਕਰਨਾ। ਵਿਚਾਰ ਕਰਦਿਆਂ ਕਰਦਿਆਂ ਜਿਸ ਬ੍ਰਹਮ ਸਰੂਪ ਨੂੰ ਵਿਚਾਰਿਆ, ਫਿਰ ਗੁਰਮੁਖ ਕਦੇ ਸੁਰਤ ਇਤਨੀ ਇਕਾਗਰ ਹੋਈ ਕਿ ਉਸੇ ਸਰੂਪ ਦੇ ਵਿੱਚ ਸਮਾ ਗਿਆ, ਅਭੇਦ ਹੋ ਗਿਆ ਜਿਹਦੀ ਗੁਰ ਸ਼ਬਦ ਵਿੱਚ ਵਿਚਾਰ ਕੀਤੀ ਸੀ।
ਇਹ ਗੁਰਮੁਖਾਂ ਦੀ ਅਵਸਥਾ ਹੈ। ਗੁਰਮੁਖ ਕਦੇ ਵਿਹਲੇ ਨਹੀਂ ਰਹਿੰਦੇ, ਉਹ ਕਦੇ ਕੀਰਤਨ, ਕਦੇ ਕਥਾ, ਕਦੇ ਆਪਣੇ ਨਿਜ ਸਰੂਪ 'ਚ ਸਮਾਈ, ਇਹਨਾਂ ਤਿੰਨਾਂ ਅਵਸਥਾਵਾਂ ਵਿੱਚ ਵਿਚਰਦੇ ਨੇ। ਇਹ ਗੁਰਮੁਖ ਦੀ ਪਰਿਭਾਸ਼ਾ ਹੈ, ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੋਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਇਹ ਗੁਰਮੁਖ ਦੀ ਪਰਿਭਾਸ਼ਾ ਹੈ, ਇਹ ਗੁਰਮੁਖਤਾ ਹੀ ਹੈ। ਤੋ ਗੁਰਮੁਖਾਂ ਨੂੰ ਜਦੋਂ ਮਨੁੱਖੀ ਸਰੀਰ ਪ੍ਰਾਪਤ ਹੋਇਆ, ਇਹ ਸਾਵਣ ਦਾ ਮਹੀਨਾ, ਔਰ ਇਸ ਸਾਵਣ ਦੇ ਮਹੀਨੇ ਨੂੰ ਪ੍ਰਾਪਤ ਕਰਕੇ ਉਹ ਆਪਣੀ ਰਸਨਾ ਤੋਂ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਤਿਗੁਰੂ ਜੀ ਦੇ ਸ਼ਬਦ ਨੂੰ ਮਿੱਠੀ ਮਿੱਠੀ ਆਵਾਜ਼ ਵਿੱਚ ਮਧੁਰ ਮਧੁਰ ਧੁਨ ਦੇ ਵਿੱਚ ਗਾਇਨ ਕਰਦੇ ਨੇ, ਯਾਨੀ ਕਿ ਨਿਰੰਤਰ ਇੱਕ ਰਸ ਗੁਰ ਸ਼ਬਦ ਦਾ ਅਭਿਆਸ ਕਰਦੇ ਨੇ, ਗੁਰ ਸ਼ਬਦ ਦੀ ਕਮਾਈ ਕਰਦੇ ਨੇ। ਬਾਰੰਬਾਰ ਰਸਨਾ ਨਾਲ ਪਰਮੇਸ਼ਰ ਦਾ ਭਜਨ ਕਰਨਾ, ਇਸ ਰਸਨਾ ਨਾਲ ਬਾਰੰਬਾਰ ਵਾਹਿਗੁਰੂ 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 ਦਾ ਜਾਪ ਜਪਣਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਤੇਰੇ ਮੁੰਦ ਕਟਾਰੇ ਜੀਵੜਾ ਤਨ ਲੋਭੀ ਲੋਭ ਲੁਭਾਇਆ। ਹੇ ਪ੍ਰਭੂ, ਹੇ ਅਕਾਲ ਪੁਰਖ, ਤੇਰੇ ਜਿਹੜੇ ਨੇਤਰ ਨੇ ਉਹ ਮੇਰੇ ਲਈ ਤਿੱਖੀ ਕਟਾਰ ਵਾਂਗੂ ਨੇ। ਤੇਰੇ ਨੇਤਰ ਮੇਰੇ ਲਈ ਤਿੱਖੀ ਕਟਾਰ ਨੇ। ਜਦੋਂ ਤੁਸੀਂ ਮੇਰੇ ਵੱਲ ਤੱਕਦੇ ਹੋ, ਤੁਹਾਡੀ ਤੱਕਣੀ ਮੇਰੇ ਹਿਰਦੇ ਵਿੱਚ ਉਤਰ ਜਾਂਦੀ, ਜਿਵੇਂ ਕਟਾਰ ਕਿਸੇ ਨੇ ਕਲੇਜੇ 'ਚ ਘੂਪ ਦਿੱਤੀ ਹੋਵੇ। ਤਿੱਖੀ ਕਟਾਰ, ਔਰ ਤੁਹਾਡੀ ਇਸ ਤੱਕਣੀ ਨੇ ਮੇਰੇ ਇਸ ਲੋਭੀ ਮਨ ਨੂੰ, ਲਾਲਚੀ ਮਨ ਨੂੰ ਆਪਣੇ ਤੇ ਲੁਭਾਏ ਮਾਨ ਕਰ ਲਿਆ। ਹੁਣ ਚਿੱਤ ਕਰਦਾ ਕਿ ਤੁਹਾਡੇ ਦਰਸ਼ਨ ਕਰੀ ਜਾਵਾਂ, ਕਰੀ ਜਾਵਾਂ। ਮੈਂ ਲੋਭੀ ਨੂੰ ਤੁਹਾਡੇ ਦਰਸ਼ਨਾਂ ਦੇ ਲੋਭ ਨੇ ਲੁਭਾ ਲਿਆ, ਮੈਂ ਲੋਭੀ ਲੋਭ ਲੁਭਾਇਆ। ਮੈਂ ਲਾਲਚੀ ਨੂੰ ਤੁਹਾਡੇ ਦਰਸ਼ਨਾਂ ਦਾ ਮੈਂ ਇਹੋ ਜਿਹਾ ਲਾਲਚੀ ਹੋਇਆ ਕਿ ਹੁਣ ਹਰ ਬਹਾਨੇ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ, ਹਰ ਵਸੀਲੇ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ। ਔਰ ਤੁਹਾਡੀ ਤੱਕਣੀ ਮੇਰੇ ਵਾਸਤੇ ਤਿੱਖੀ ਕਟਾਰ ਵਾਂਗੂ ਹੈ। ਤੇਰੇ ਦਰਸ਼ਨ ਵਿਟੋ ਖੰਨੀਏ ਵੰਜਾ, ਤੇਰੇ ਨਾਮ ਵਿਟੋ ਕੁਰਬਾਨੋ। ਹੇ ਵਾਹਿਗੁਰੂ, ਤੇਰੇ ਦਰਸ਼ਨਾਂ ਤੋਂ ਮੈਂ ਟੁਕੜੇ ਟੁਕੜੇ ਹੋ ਜਾਵਾਂ। ਖੰਨੀਆਂ ਦਾ ਮਤਲਬ ਹੁੰਦਾ ਖੰਨੀ ਟੁਕੜਾ। ਕਦੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੇਅੰਤ ਸਿੰਘਣੀਆਂ ਨੇ ਖੰਨੀ ਖੰਨੀ ਤੇ ਗੁਜ਼ਾਰਾ ਕੀਤਾ। ਜਦੋਂ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹਨਾਂ ਦੇ 5-5 7-7 ਮਹੀਨਿਆਂ ਤੇ ਸਾਲ-ਸਾਲ ਦੇ ਬੱਚਿਆਂ ਨੂੰ ਨੇਜਿਆਂ 'ਚ ਪਰੋਇਆ ਜਾਂਦਾ ਰਿਹਾ, ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਦੇ ਗਲਾਂ 'ਚ ਹਾਰ ਬਣਾ ਕੇ ਪਾਏ ਜਾਂਦੇ ਰਹੇ ਨੇ। ਧੰਨ ਸਨ ਉਹਨਾਂ ਮਾਈਆਂ ਦੇ ਕਿ ਜਿਨ੍ਹਾਂ ਆਪਣੀ ਸਿੱਖੀ ਸਿੱਕੇ ਸਵਾਸਾਂ ਨਾਲ ਨਿਭਾਈ, ਧਰਮ ਨਹੀਂ ਹਾਰਿਆ। ਖੰਨੀ ਟੁਕੜਾ ਇੱਕ ਰੋਟੀ ਦਾ ਕਈ ਦਿਨਾਂ ਬਾਅਦ ਮਿਲਣਾ। ਖੰਨੀ ਦਾ ਮਤਲਬ ਹੁੰਦਾ ਟੁਕੜਾ, ਖੰਨੀਆਂ। ਹੇ ਪ੍ਰਭੂ, ਮੈਂ ਤੇਰੇ ਦਰਸ਼ਨਾਂ ਤੋਂ ਟੁਕੜੇ ਟੁਕੜੇ ਹੋ ਜਾਵਾਂ। ਤੇਰੇ ਦਰਸ਼ਨ ਵਿਟੋ ਖੰਨੀਆਂ ਵੰਜਾਂ। ਮਹਾਰਾਜ ਜੀ, ਤੁਹਾਡੇ ਦਰਸ਼ਨਾਂ ਤੋਂ ਮੈਂ ਟੁਕੜੇ ਟੁਕੜੇ ਹੋ ਜਾਵਾਂ। ਤੇਰੇ ਨਾਮ ਵਿਟੋ ਕੁਰਬਾਨੋ, ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਹੇ ਵਾਹਿਗੁਰੂ, ਤੇਰੇ ਨਾਮ ਤੋਂ ਬਲਿਹਾਰ ਜਾਵਾਂ, ਤੇਰੇ ਨਾਮ ਤੋਂ ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ। ਤੇ ਤੇਰੇ ਦਰਸ਼ਨਾਂ ਤੋਂ ਵੀ ਟੁਕੜੇ ਟੁਕੜੇ ਹੋ ਜਾਵਾਂ, ਯਾਨੀ ਕਿ ਬਲ ਬਲ ਜਾਵਾਂ, ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਖੰਨੀਆਂ ਦਾ ਮਤਲਬ ਟੁਕੜੇ ਟੁਕੜੇ ਹੋ ਜਾਣ ਦਾ ਮਤਲਬ ਹੁੰਦਾ ਕੁਰਬਾਨ ਜਾਣਾ, ਆਪਣੇ ਸਾਹਿਬ ਤੋਂ ਵਾਰੇ ਵਾਰੇ ਜਾਣਾ, ਬਲਿਹਾਰ ਜਾਣਾ। ਵਾਰ ਨੈ ਬਲਿਹਾਰ ਨੈ ਲਖ ਬਰੀਆ, ਨਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਵਾਰ ਨੈ ਬਲਿਹਾਰ ਨੈ ਲਖ ਬਰੀਆ।
ਹਉ ਬਲ ਜਾਈ ਲੱਖ 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 ਵਰੀਆ। ਲੱਖਾਂ ਵੇਰੀ ਤੁਹਾਡੇ ਤੋਂ ਬਲਿਆਰ, ਲੱਖਾਂ ਵੇਰੀ ਤੁਹਾਡੇ ਤੋਂ ਕੁਰਬਾਨ, ਲੱਖਾਂ ਵੇਰੀ ਮਹਾਰਾਜ ਜੀ ਤੁਹਾਡੇ ਤੋਂ ਕੁਰਬਾਨ। ਐਸੇ ਗੁਰ ਕੋ ਬਲ ਬਲ ਜਾਈਐ, 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 ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, 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 ਆਪ ਮੁਕਤ ਮੋਹਿ ਤਾਰੈ। ਬਲਿਹਾਰ ਜਾਈਏ ਤੇਰੇ ਦਰਸ਼ਨ ਬਿਟੋਂ ਖੰਨੀਆਂ ਵੰਝਾਂ। ਮਹਾਰਾਜ ਜੀ ਤੁਹਾਡੇ ਦਰਸ਼ਨ ਐਸੇ ਸੁੰਦਰ ਹਨ, ਐਸੇ ਮਨੋਹਰ ਹਨ ਕਿ ਤੁਹਾਡੇ ਦਰਸ਼ਨਾਂ ਤੋਂ ਮੈਂ ਟੁਕੜੇ ਟੁਕੜੇ ਹੋ ਜਾਵਾਂ, ਬਲਿਹਾਰ ਜਾਵਾਂ ਔਰ ਤੁਹਾਡੇ ਨਾਮ ਤੋਂ ਆਪਣਾ ਆਪ ਕੁਰਬਾਨ ਕਰ ਦੇਵਾਂ। ਇਹ ਬਚਨ ਕਹੇ ਨਹੀਂ, ਗੁਰੂ ਕੇ ਸਿੱਖਾਂ ਨੇ ਕਮਾਏ ਨੇ। ਸਤਿਗੁਰਾਂ ਦੇ ਨਾਮ ਤੋਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਭਾਈ ਮਨੀ ਸਿੰਘ ਵਰਗੇ, ਭਾਈ ਤਾਰੂ ਸਿੰਘ ਵਰਗੇ ਕਿਤਨੇ ਮਹਾਨ ਗੁਰਸਿੱਖ ਜਿਨ੍ਹਾਂ ਗੁਰੂ ਸਾਹਿਬ ਜੀ ਦੇ ਨਾਮ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ। ਮਹਾਰਾਜ ਜੀ ਮੈਂ ਤੁਹਾਡੇ ਨਾਮ ਤੋਂ ਆਪਣਾ ਆਪ ਕੁਰਬਾਨ ਕਰ ਦੇਵਾ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਮਹਾਰਾਜ ਜੀ ਜੇ ਤੁਸੀਂ ਹੋ ਤਾਂ ਮੈਂ ਮਾਣ ਕੀਤਾ ਤੁਹਾਡੇ ਤੇ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ। ਜੇ ਤੁਸੀਂ ਹੋ ਤੇ ਮੈਂ ਤੁਹਾਡੇ ਤੇ ਮਾਣ ਕੀਤਾ ਵੀ ਮੇਰੇ ਗੁਰੂ ਨਾਨਕ ਸਾਹਿਬ ਨੇ, ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਤੁਸੀਂ ਹੋ ਤਾਂ ਮਾਣ ਕੀਤਾ, ਸਾਡਾ ਮਾਣ ਤੁਹਾਡੇ ਕਰਕੇ। ਤੁਧ ਬਿਨ ਕਿਹਾ ਮੇਰਾ ਮਾਣੋ। ਮਹਾਰਾਜ ਤੁਹਾਡੇ ਬਿਨਾ ਸਾਡਾ ਕਾਹਦਾ ਮਾਣ? ਕਿਹਨੇ ਪੁੱਛਣਾ ਸਾਨੂੰ? ਤੁਹਾਡੇ ਕਰਕੇ ਹੀ ਹੈ ਕਲਗੀਧਰ ਸਵਾਮੀ ਜੀ ਸਾਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕੀਤਾ ਜਾਂਦਾ। ਤੁਹਾਡੇ ਕਰਕੇ ਆ ਮਹਾਰਾਜ। ਇਹ ਵਡਿਆਈਆਂ ਤੁਹਾਡੀਆਂ ਦਿੱਤੀਆਂ ਹੋਈਆਂ ਨੇ ਆਪਣੇ ਪੰਥ ਨੂੰ, ਆਪਣੇ ਸਿੱਖਾਂ ਨੂੰ, ਕਿ ਤੁਹਾਡੇ ਖਾਲਸੇ ਦੇ ਬੋਲ ਬਾਲੇ ਹਨ। ਇਹ ਤੁਹਾਡੀ ਵਡਿਆਈ ਹੈ ਸਵਾਮੀ ਜੀ, ਤੁਹਾਡੀ ਕਿਰਪਾ ਹੈ। ਜੇ ਭਗਤ ਰਵਿਦਾਸ ਜੀ ਨੂੰ ਉੱਚੀ ਉੱਚੀ ਕੁੱਲਾਂ ਦੇ ਬ੍ਰਾਹਮਣ ਆ ਕੇ ਨਮਸਕਾਰਾਂ ਕਰਦੇ ਤੇ ਰਵਿਦਾਸ ਜੀ ਇਹ ਨਹੀਂ ਕਹਿੰਦੇ ਪ੍ਰਣਾਮ ਮੈਨੂੰ ਹੋ ਰਹੀ ਹੈ, ਕਹਿੰਦੇ ਹੇ ਪ੍ਰਭੂ ਤੇਰੇ ਨਾਮ ਕਰਕੇ ਹੈ ਸਭ ਕੁਝ, ਤੇਰੇ ਕਰਕੇ। ਮਨਮੁਖ ਸੋਚਦਾ ਮੇਰੇ ਕਰਕੇ। ਮਨਮੁਖ ਦੀ ਦਸ਼ਾ ਰੇਤ ਦੇ ਉਸ ਕਣਾ ਵਾਂਗੂ ਹੈ, ਜਿਹੜੀ ਰੇਤ ਸੂਰਜ ਦੀ ਤਪਸ਼ ਨਾਲ ਗਰਮ ਹੋ ਗਈ, ਤਪ ਗਈ, ਮੁੜ ਕੇ ਹੰਕਾਰ ਵਿੱਚ ਆ ਗਈ ਕਿ ਇਹ ਤਪਸ਼ ਮੇਰੀ ਹੈ। ਉਹਨੇ ਸੂਰਜ ਨੂੰ ਭੁਲਾ ਦਿੱਤਾ ਵੀ ਸੂਰਜ ਕਰਕੇ ਨਹੀਂ, ਇਹ ਤਪਸ਼ ਮੇਰੀ ਆਪਣੀ ਹੈ। ਮਨਮੁਖ ਦੀ ਸੋਭਾ ਹੋਵੇ ਤੇ ਉਹ ਇਹੀ ਸੋਚਦਾ ਇਹ ਵਡਿਆਈ ਮੇਰੀ ਹੈ, ਇਹ ਤੇਜ ਮੇਰਾ ਹੈ। ਗੁਰਮੁਖ ਦੀ ਸੋਭਾ ਹੋਵੇ ਤੇ ਉਹ ਕਹਿੰਦਾ ਇਹ ਸੋਭਾ ਮੇਰੇ ਸਾਹਿਬ ਦੀ ਹੈ, ਵਡਿਆਈ ਮੇਰੇ ਸਾਹਿਬ ਦੀ ਹੈ। ਜੈਸੇ ਰਬ ਕੇ ਤੇਜ ਤੇ ਰੇਤ ਅਦਕ ਤਪਤਾਏ, ਰਬ ਬਲ ਛੁਦਰ ਨਾ ਜਾਣਹੀਂ ਆਪਨ ਹੀ ਗਰਬਾਏ। ਉਹ ਸੂਰਜ ਦੇ ਤੇਜ ਨੂੰ ਨਹੀਂ ਜਾਣਦੀ, ਉਹ ਰੇਤ ਆਪ ਹੀ ਹੰਕਾਰ ਵਿੱਚ ਹੋਈ ਫਿਰਦੀ ਵੀ ਮੈਂ ਤਪ ਰਹੀ ਹਾਂ। ਤਪਦੀ ਤਾਂ ਸੂਰਜ ਕਰਕੇ ਹੈ।
ਸਾਡੀ ਜੇ ਵਡਿਆਈ ਹੁੰਦੀ ਹੈ ਸੰਸਾਰ ਵਿੱਚ ਤਾਂ ਇਹ ਗੱਲ ਯਾਦ ਰੱਖਿਓ, ਉਹ ਵਡਿਆਈ ਗੁਰੂ ਨਾਨਕ ਕਰਕੇ ਆ, ਉਹ ਵਡਿਆਈ ਗੁਰੂ ਗੋਬਿੰਦ ਸਿੰਘ ਸਾਹਿਬ ਕਰਕੇ ਆ। ਗੁਰੂ ਬਿਨਾਂ ਸਾਡੀ ਕਾਹਦੀ ਵਡਿਆਈ, ਸਤਿਗੁਰਾਂ ਤੋਂ ਬਿਨਾਂ ਸਾਡਾ ਕਾਹਦਾ ਮਾਣ, ਗੁਰੂ ਬਿਨਾਂ ਸਾਡੀ ਕਾਹਦੀ ਸੋਭਾ। ਤੁਸੀਂ ਹੋ ਤਾਂ ਮੈਂ ਮਾਣ ਕੀਤਾ, ਤੇ ਤੁਹਾਡੇ ਬਿਨਾਂ ਤੁਧ ਬਿਨ ਕਿਹਾ ਮੇਰਾ ਮਾਣੋ। ਮਹਾਰਾਜ ਜੀ ਤੁਹਾਡੇ ਬਿਨਾਂ ਸਾਡਾ ਕਾਹਦਾ ਮਾਣ, ਕਾਹਦੀ ਇੱਜ਼ਤ, ਕਾਹਦੀ ਸੋਭਾ। ਤੇ ਜਿਨ੍ਹਾਂ ਨੂੰ ਤੁਸੀਂ ਮਾਣ ਬਖਸ਼ਦੇ ਹੋ ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਵਡਿਆਈ ਬਖਸ਼ਦੇ ਹੋ, ਉਹਨਾਂ ਦੀ ਵਡਿਆਈ, ਉਹਨਾਂ ਦਾ ਮਾਣ, ਉਹਨਾਂ ਦੀ ਸੋਭਾ ਜੁਗਾਂ ਜੁਗਾਂ ਤੱਕ ਹੁੰਦੀ ਹੈ। ਤੇ ਜਿਹੜੇ ਕਹਿੰਦੇ ਆ ਸੋਭਾ ਸਾਡੀ ਹੈ, ਉਹ ਸੋਭਾ 4 ਦਿਨਾਂ ਦੀ ਹੁੰਦੀ ਹੈ, ਮੁੜ ਕੇ ਉਹੀ ਸੋਭਾ ਤੋਂ ਵਿਹੂਣੇ ਮਨੁੱਖ ਸੰਸਾਰ ਦੇ ਵਿੱਚ ਲੋਕਾਂ ਦੀਆਂ ਤਰਕਾਰਾਂ ਤੇ ਲਾਹਨਤਾਂ ਦਾ ਸਾਹਮਣਾ ਕਰਦੇ ਹੁੰਦੇ ਆ। ਜਿਹੜੇ ਕੁਝ ਸਮਾਂ ਪਹਿਲਾਂ ਬੜੀਆਂ ਬੜੀਆਂ ਵਡਿਆਈਆਂ ਸਨ ਉਹਨਾਂ ਕੋਲ, ਤੇ ਕਹਿੰਦੇ ਸੀ ਇਹ ਵਡਿਆਈ ਸਾਡੀ ਹੈ, ਉਹ ਸਮਾਂ ਪਾ ਕੇ ਲੋਕਾਂ ਦੀਆਂ ਤਰਕਾਰਾਂ ਤੇ ਲਾਹਨਤਾਂ ਦਾ ਸਾਹਮਣਾ ਕਰਦੇ। ਜਿਨ੍ਹਾਂ ਨੂੰ ਮੇਰੇ ਸਾਹਿਬ ਨੇ ਵਡਿਆਈ ਦਿੱਤੀ ਹੈ, ਉਹਨਾਂ ਦੀ ਵਡਿਆਈ ਜੁਗਾਂ ਤਾਈਂ ਹੈ, ਜੁਗਾਂ ਤਾਈਂ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਹਨਾਂ ਦੀ ਵਡਿਆਈ ਜੁਗਾਂ ਜੁਗਾਂਤਰਾਂ ਤੱਕ ਸੰਸਾਰ 'ਚ ਪ੍ਰਗਟ ਹੁੰਦੀ। ਇਸ ਕਰਕੇ ਕਹਿੰਦੇ ਮਹਾਰਾਜ ਤੁਹਾਡੇ ਬਿਨਾਂ ਮੇਰਾ ਕਾਹਦਾ ਮਾਣ, ਤੁਸੀਂ ਹੋ ਤਾਂ ਮੈਂ ਮਾਣ ਕੀਤਾ ਹੈ। ਚੂੜਾ ਭੰਨ ਪਲੰਗ ਸਿਆ ਮੁੰਦੇ, ਸਣ ਬਾਹੀ ਸਣ ਬਾਹ। ਇਹ ਮੁੰਡੇ ਜੀਵ ਰੂਪੀ ਇਸਤਰੀਏ, ਸਕਾਮ ਕਰਮਾਂ ਦਾ ਚੂੜਾ ਜਿਹੜਾ ਤੂੰ ਆਪਣੀਆਂ ਮਨ ਰੂਪੀ ਬਾਹਾਂ ਵਿੱਚ ਪਾਈ ਫਿਰਦੀ ਹੈ, ਇਹਨਾਂ ਕਾਮਨਾ ਸਹਿਤ ਕੀਤੇ ਹੋਏ ਕਰਮਾਂ ਦੇ ਚੂੜੇ ਨੂੰ ਭੰਨ ਦੇ, ਯਾਨੀ ਕਿ ਨਿਸ਼ਕਾਮ ਹੋ ਕੇ ਕਰਮ ਕਰ। ਕਿਉਂਕਿ ਕਾਮਨਾ ਰੱਖ ਕੇ ਕੀਤੇ ਕਰਮ ਅੰਤःਕਰਣ ਦੀ ਸ਼ੁੱਧੀ ਨਹੀਂ ਕਰਦੇ, ਅੰਤःਕਰਣ ਨਿਰਮਲ ਨਹੀਂ ਹੁੰਦਾ। ਨਿਸ਼ਕਾਮ ਹੋ ਕੇ ਕੀਤੇ ਗਏ ਕਰਮਾਂ ਨਾਲ ਅੰਤਸ਼ਕਰਣ ਦੀ ਸ਼ੁੱਧੀ ਹੁੰਦੀ ਹੈ, ਮਨ ਨਿਰਮਲ ਹੁੰਦਾ, ਹਿਰਦਾ ਸ਼ੁੱਧ ਹੁੰਦਾ। ਇਸ ਕਰਕੇ ਕਹਿੰਦੇ ਸਕਾਮ ਕਰਮਾਂ ਦਾ ਚੂੜਾ ਜੋ ਤੂੰ ਆਪਣੇ ਹੱਥਾਂ ਵਿੱਚ ਪਾਈ ਫਿਰਦੀ ਹੈ ਜੀਵ ਰੂਪੀ ਇਸਤਰੀਏ, ਇਸ ਨੂੰ ਭੰਨ ਦੇ, ਸਣੇ ਬਾਹਾਂ ਦੇ, ਸਣੇ ਬਾਹੀਆਂ ਦੇ। ਪੁਰਾਣੇ ਸਮਿਆਂ ਦੇ ਵਿੱਚ ਮੰਜਿਆਂ ਦੀਆਂ ਬਾਹੀਆਂ ਹੁੰਦੀਆਂ ਸੱਜੇ ਖੱਬੇ, ਸੇਰੂ ਹੁੰਦੇ, ਪਾਵਿਆਂ ਵਾਲੇ ਮੰਜੇ, ਉਹਨਾਂ ਬਾਹੀਆਂ ਨੂੰ ਕਹਿੰਦੇ ਬਾਹਾਂ ਦੇ ਸਮੇਤ ਭੰਨ ਦੇ, ਯਾਨੀ ਕਿ ਮਨ ਤੇ ਜਿਸ ਮਨ ਵਿੱਚ ਕਾਮਨਾਵਾਂ ਦਾ ਚੂੜਾ ਧਾਰਨ ਕੀਤਾ ਹੋਇਆ ਉਹਦੇ ਸਮੇਤ ਇਹਨਾਂ ਬਾਹਾਂ ਨੂੰ ਭੰਨ ਦੇ, ਯਾਨੀ ਕਿ ਨਿਸ਼ਕਾਮ ਹੋ ਕੇ ਕਰਮ ਕਰ। ਇਤੇ ਵੇਸ ਕਰੰਦੀ ਹੈ ਮੁੰਦੇ, ਸੋ ਰਾਤੂ ਅਵਰਾ। ਕਹਿੰਦੇ ਇੰਨੇ ਵੇਸ ਕੀਤੇ, ਯਾਨੀ ਕਿ ਕਾਮਨਾ ਰੱਖ ਕੇ ਇੰਨੇ ਕਰਮ ਕੀਤੇ, ਤੇ ਇੰਨੇ ਵੇਸ ਕਰਨ ਦੇ ਬਾਵਜੂਦ ਵੀ ਹੈ ਜੀਵ ਰੂਪੀ ਇਸਤਰੀਏ, ਉਹ ਪਤੀ ਪ੍ਰਮਾਤਮਾ ਤੈਨੂੰ ਛੱਡ ਕੇ ਕਿਸੇ ਹੋਰ ਦੇ ਪ੍ਰੇਮ 'ਚ ਪਿਆ ਹੋਇਆ, ਉਹ ਕਿਸੇ ਹੋਰ ਦੇ ਰੰਗ ਵਿੱਚ ਰਤਿਆ ਹੋਇਆ, ਕਿਉਂਕਿ ਤੂੰ ਉਹਨੂੰ ਭਾਈ ਨਹੀਂ, ਤੂੰ ਉਹਨੂੰ ਚੰਗੀ ਨਹੀਂ ਲੱਗੀ, ਕਿਉਂਕਿ ਤੂੰ ਕਾਮਨਾ ਰੱਖ ਕੇ ਕਰਮ ਕੀਤੇ ਸੀ, ਨਿਸ਼ਕਾਮ ਕਰਮ ਨਹੀਂ ਸਨ ਕੀਤੇ। ਤੇ ਕਾਮਨਾ ਰੱਖ ਕੇ ਕੀਤੇ ਹੋਏ ਕਰਮਾਂ ਦਾ ਸ਼ਿੰਗਾਰ ਕਰਨੇ ਕਰਕੇ ਤੂੰ ਉਹਨੂੰ ਚੰਗੀ ਨਹੀਂ ਲੱਗੀ, ਤੂੰ ਉਹਨੂੰ ਭਾਈ ਨਹੀਂ, ਤੇ ਉਹ ਤੈਨੂੰ ਛੱਡ ਕੇ ਹੋਰ ਜੀਵ ਰੂਪੀ ਇਸਤਰੀਆਂ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਹੈ। ਨਾ ਮੰਨੀ ਯਾਰ ਨਾ ਚੂੜੀਆਂ, ਨਾ ਸੇ ਵੰਗੜੀਆਂ। ਨਾ ਗੁਰੂ ਰੂਪੀ ਮਨਿਆਰ ਕੋਲ ਗਈ, ਨਾ ਉਹਦੇ ਕੋਲੋਂ ਜਾ ਕੇ ਸ਼ੁਭ ਗੁਣਾ ਰੂਪੀ ਚੂੜੀਆਂ ਤੇ ਵੰਗਾਂ ਨੂੰ ਗ੍ਰਹਿਣ ਕੀਤਾ। ਗੁਰੂ ਰੂਪੀ ਮਨਿਆਰ ਕੋਲ ਨਹੀਂ ਗਈ, ਮਨਮੁਖ ਜੀਵ ਰੂਪੀ ਇਸਤਰੀ ਜਿੱਥੋਂ ਜਾ ਕੇ ਸ਼ੁਭ ਗੁਣ ਪ੍ਰਾਪਤ ਹੋਣੇ ਸਨ, ਹੁਣ ਕਹਿੰਦੇ ਸ਼ੁਭ ਗੁਣਾ ਰੂਪੀ ਚੂੜੀਆਂ ਤੇ ਵੰਗਾਂ ਇਹਨੂੰ ਨਹੀਂ ਪ੍ਰਾਪਤ ਹੋਈਆਂ।
जो सह कंठन लगिया जलन से बाहड़िया। ਜੋ ਸਹਿ ਕੰਠ ਨਾ ਲੱਗੀਆਂ, ਜਿਹੜੀਆਂ ਬਾਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਗਲ ਦਾ ਹਾਰ ਨਹੀਂ ਬਣੀਆਂ। ਪਾਤਸ਼ਾਹ ਕਹਿੰਦੇ ਉਹ ਬਾਹਾਂ ਸੜ ਜਾਣ, ਸੜਨ ਜੋਗੀਆਂ ਨੇ ਉਹ ਬਾਹਾਂ, ਜਲ ਜਾਣ ਉਹ ਬਾਹਾਂ, ਜਿਹੜੀਆਂ ਬਾਹਾਂ ਉਸ ਨਿਰੰਕਾਰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗਲ ਦਾ ਹਾਰ ਨਹੀਂ ਬਣੀਆਂ, ਜਿਹੜੀਆਂ ਉਸ ਦੇ ਕੰਠ ਨਾਲ ਨਹੀਂ ਲੱਗੀਆਂ, ਉਹ ਬਾਹਾਂ ਸੜ ਜਾਣ। ਯਾਨੀ ਕਿ ਤੇਰੇ ਉਹ ਸਾਰੇ ਕੀਤੇ ਹੋਏ ਕਰਮ ਨਿਸ਼ਫਲ ਨੇ, ਜਿਹੜੇ ਤੂੰ ਕਾਮਨਾ ਰੱਖ ਕੇ ਕੀਤੇ ਤਾਂ ਹਨ, ਪਰ ਮੇਰੇ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਤੈਨੂੰ ਮਿਲਾਪ ਹਾਸਲ ਨਹੀਂ ਹੋਇਆ, ਉਹਦੇ 'ਚ ਅਭੇਦਤਾ ਪ੍ਰਾਪਤ ਨਹੀਂ ਹੋਈ, ਤਾਂ ਫਿਰ ਤੇਰੇ ਵੱਲੋਂ ਕੀਤੇ ਗਏ ਸਾਰੇ ਕਰਮ ਹੀ ਨਿਸ਼ਫਲ ਨੇ, ਸੜ ਜਾਣ, ਕਿਸੇ ਕੰਮ ਦੇ ਨਹੀਂ। ਫਿਰ ਉਹ ਬਾਹਾਂ ਕਿਹੜੇ ਕੰਮ ਦੀਆਂ, ਫਿਰ ਉਹ ਕਰਮ ਕਿਸ ਕੰਮ ਦੇ? ਹਾਂਜੀ, ਸਭ ਸਹੀਆ ਸੋ ਰਾਵਣ ਗਈਆ ਹਉ ਦਾਦੀ ਕੈ ਦਰ ਜਾਵਾ। ਮੇਰੇ ਨਾਲ ਦੀਆਂ ਸਭ ਸਖੀਆਂ ਸਭ ਸਹੀਆਂ ਮੇਰੇ ਉਸ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਰਾਵਣ ਚੱਲੀਆਂ ਨੇ, ਉਹਦੇ 'ਚ ਅਭੇਦ ਹੋਣ ਚੱਲੀਆਂ ਨੇ, ਉਹ ਸਭ ਚਲੀਆਂ ਗਈਆਂ ਨੇ। ਮੈਂ ਕਾਮ ਕਰਕੇ ਕ੍ਰੋਧ ਕਰਕੇ ਸੜੀ ਹੋਈ, ਹੇ ਵਾਹਿਗੁਰੂ ਕਿਸ ਦਰ ਤੇ ਜਾਵਾਂ, ਮੈਨੂੰ ਕੁਝ ਸੁਝਦਾ ਨਹੀਂ ਪਿਆ। ਮੇਰੇ ਨਾਲ ਦੀਆਂ ਸਭ ਸਹੀਆਂ ਗਈਆਂ ਉਸ ਪਰਮੇਸ਼ਰ ਨੂੰ ਮਿਲਣ ਵਾਸਤੇ, ਮੈਂ ਸੜੀ ਹੋਈ ਨਿਕੰਮੀ ਕਿੱਥੇ ਜਾਵਾਂ। ਮੈਂ ਕਾਮ ਕਰਕੇ ਦਗਧ ਹੋਈ ਸੜੀ ਹੋਈ ਜੀਵ ਰੂਪੀ ਇਸਤਰੀ ਕਿਸ ਦਰ ਤੇ ਜਾਵਾਂ, ਕਿਉਂਕਿ ਮੈਂ ਤਾਂ ਇੱਕ ਦਰ ਦੀ ਹੋਈ ਨਹੀਂ, ਮੈਂ ਤਾਂ ਦਰ ਦਰ ਤੇ ਆਸ ਰੱਖਦੀ ਫਿਰੀ। ਮੇਰੇ ਨਾਲ ਦੀਆਂ ਸਭ ਸਹੀਆਂ ਰੱਬ ਦੇ ਪਿਆਰੇ ਗੁਰਮੁਖ ਸਭ ਚਲੇ ਗਏ, ਸਭ ਉਹਦੇ ਵਿੱਚ ਭੇਦ ਹੋਣ ਨੂੰ ਟੁਰ ਗਏ, ਮੈਂ ਕਿੱਥੇ ਜਾਵਾਂ। ਮੈਂ ਤਾਂ ਸੜੀ ਹੋਈ ਹਾਂ। ਮੈਂ ਜਦੋਂ ਆਪਣੇ ਵੱਲ ਵੇਖਿਆ ਵੀ ਕਮੀ ਤਾਂ ਮੇਰੇ ਵਿੱਚ ਹੈ, ਮੇਰੇ 'ਚ ਤਾਂ ਕਮੀਆਂ ਹੀ ਕਮੀਆਂ ਭਰੀਆਂ ਹੋਈਆਂ। ਮੈਂ ਕਾਮ ਕਰਕੇ ਸੜੀ ਹੋਈ, ਕ੍ਰੋਧ ਕਰਕੇ ਸੜੀ ਹੋਈ, ਲੋਭ ਕਰਕੇ ਸੜੀ ਹੋਈ, ਤੇ ਮੈਂ ਸੜੀ ਹੋਈ ਨਿਕੰਮੀ ਕਿਸ ਦਰ ਤੇ ਜਾਵਾਂ। ਹਾਂ ਦਾਦੀ ਕਹਿੰਦੇ ਨੇ ਸੜੀ ਹੋਈ ਨੂੰ, ਕੈ ਦਰ ਜਾਵਾਂ, ਹੁਣ ਮੈਂ ਕਿਸ ਦਰ ਤੇ ਜਾਵਾਂ, ਕਿਸ ਦਰ ਤੇ ਜਾ ਕੇ ਪੁਕਾਰ ਕਰਾਂ। ਅਮਾਲੀ ਹੋ ਖਰੀ ਸੁਚੱਜੀ ਤੈ ਸਹਿ ਇਕ ਨ ਭਾਵਾ। ਗੱਲਾਂ ਨਾਲ ਮੈਂ ਬੜੀ ਖਰੀ ਤੇ ਸੁਚੱਜੀ ਹਾਂ, ਗੱਲਾਂ ਨਾਲ ਮੈਨੂੰ ਬੜੇ ਖਰੇ ਖਰੇ ਕੰਮ ਕਰਨੇ ਆਉਂਦੇ। ਗੱਲਾਂ ਨਾਲ ਤਾਂ ਕਹਿੰਦੀਆਂ ਵੀ ਮੈਂ ਅਸਮਾਨ ਨੂੰ ਟਾਕੀਆਂ ਲਾ ਲਵਾਂ, ਬਾਤਨ ਹੀ ਅਸਮਾਨ ਗਿਰਾਵੇਂ। ਗੱਲਾਂ ਬਾਤਾਂ ਨਾਲ ਮੈਂ ਬੜੀ ਖਰੀ ਤੇ ਸੁਚੱਜੀ ਹਾਂ। ਕਦੇ ਕੋਈ ਬੰਦਾ ਕਹਿੰਦਾ ਮੈਂ ਮਾੜਾ, ਕਦੇ ਕੋਈ ਮਨੁੱਖ ਕਹਿੰਦਾ ਮੈਂ ਕਾਮੀ ਆ, ਮੈਂ ਕ੍ਰੋਧੀ ਆ, ਲੋਭੀ ਆ, ਹੰਕਾਰੀ ਆ, ਮੈਂ ਮੈਲਾ ਹਾਂ। ਇਹੀ ਕਹਿੰਦੇ ਸੁਣੇ ਜਾਂਦੇ ਨੇ ਸਭ। ਮੈਂ ਜੀ ਬੜਾ ਚੰਗੇ ਕੰਮ ਕੀਤੇ ਨੇ, ਮੈਂ ਜੀ ਭਲਾ ਹੀ ਕਰਦਾ ਜੀ, ਮੈਂ ਤਾਂ ਪਰਉਪਕਾਰ ਹੀ ਕਰਦਾ ਜੀ। ਗੱਲਾਂ ਨਾਲ ਤਾਂ ਸਾਰੇ ਅਸੀਂ ਚੰਗੇ ਹਾਂ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆ। ਗੱਲਾਂ ਨਾਲ ਚੰਗੇ ਹਾਂ, ਪਰ ਆਚਰਣ ਕਰਕੇ ਵੇਖੀਏ ਚੰਗੇ ਹਾਂ। ਆਪਣਾ ਵਿਵਹਾਰ ਵੇਖੀਏ, ਆਪਣਾ ਅੰਤःਕਰਨ ਵੇਖੀਏ, ਚੰਗੇ ਹਾਂ ਕਿ ਸਾਡਾ ਹਿਰਦਾ ਸ਼ੁੱਧ ਹੈ। ਹੇ ਪ੍ਰਭੂ ਗੱਲਾਂ ਬਾਤਾਂ ਨਾਲ ਮੈਂ ਬੜੀ ਖਰੀ ਹਾਂ, ਸੁਚੱਜੀ ਹਾਂ। ਅੰਮਾਲੀ ਹੋ ਖਰੀ ਸੁਚੱਜੀ, ਬੜੀ ਖਰੀ ਸੁਚੱਜੀ ਹਾਂ ਗੱਲਾਂ ਬਾਤਾਂ ਨਾਲ, ਪ੍ਰੈਕਟੀਕਲੀ ਨਹੀਂ ਹੈ। ਜ਼ੁਬਾਨ ਤੋਂ ਕਥਨੀ ਬਹੁਤ ਹੈ ਮੇਰੇ ਪਾਸ, ਪਰ ਕਰਨੀ ਨਹੀਂ ਹੈ। ਤੇ ਹੁਣ ਜਦੋਂ ਗੱਲਾਂ ਕਰਕੇ ਖਰੀ ਸੁਚੱਜੀ ਬਣੀ ਰਹੀ ਤੇ ਮੇਰੇ ਸਾਹਿਬ ਨੂੰ ਇੱਕ ਨਹੀਂ ਚੰਗੀ ਲੱਗੀ। ਜਿਹੜੀਆਂ ਕੇਵਲ ਗੱਲਾਂ ਬਾਤਾਂ ਕਰਕੇ ਖਰੀਆਂ ਸੁਚੱਜੀਆਂ ਸੀ, ਉਸ ਸਾਹਿਬ ਨੂੰ ਇੱਕ ਵੀ ਨਹੀਂ ਪਾਈ। ਤੈ ਸਹ ਏਕ ਨਾ ਭਾਵਾ। ਹੇ ਪ੍ਰਭੂ, ਤੈ ਸਾਹਿਬ ਨੂੰ ਮੇਰਾ ਇੱਕ ਵੀ ਇਹੋ ਜਿਹਾ ਕੋਈ ਚੱਜ ਚੰਗਾ ਨਹੀਂ ਲੱਗਾ।
ਇੱਕ ਵੀ ਚੱਜ ਤੇ ਇੱਕ ਵੀ ਆਚਾਰ ਚੰਗਾ ਨਹੀਂ ਲੱਗਾ, ਕਿਉਂਕਿ ਮੇਰੇ ਕੋਲ ਸਿਰਫ ਬਾਤਾਂ ਸਨ, ਸਿਰਫ ਗੱਲਾਂ ਸਨ। ਹਾਂਜੀ। ਮਾਠ ਗੁੰਡਾਈ ਪੱਟੀਆਂ ਭਰੀਐ ਮੰਗ ਸੰਧੂਰੇ। ਮੀਂਡੀਆਂ ਗੁੰਨ ਕੇ ਪੱਟੀਆਂ ਬਣਾਈਆਂ ਤੇ ਮਾਂਗ ਦੇ ਵਿੱਚ ਸੰਧੂਰ ਭਰਿਆ। ਅੱਗੇ ਗਏ ਨ ਮੰਨੀਆਂ ਮਰੋ ਵਸੂਰ ਵਸੂਰੇ। ਪਰ ਜਦੋਂ ਅੱਗੇ ਗਈ ਤੇ ਉਹਦੇ ਦਰ ਤੇ ਮੰਨੀ ਨਹੀਂ ਗਈ। ਉਹਨੇ ਆਖਿਆ ਨਾ ਪ੍ਰਵਾਨ ਹੈ। ਇਹ ਆਖੇ ਜੀ ਮੈਂ ਤਾਂ ਸ਼ਿੰਗਾਰ ਕੀਤਾ, ਵੇਖੋ ਜੀ ਮੀਂਡੀਆਂ ਗੁੰਨੀਆਂ ਨੇ ਵਿੱਚ ਸੰਧੂਰ ਭਰਿਆ ਤੇ ਤੁਸੀਂ ਮੈਨੂੰ ਪ੍ਰਵਾਨ ਨਹੀਂ ਕਰਦੇ। ਉਹ ਕਹਿੰਦੇ ਨਹੀਂ, ਤੂੰ ਮੇਰੇ ਦਰ ਤੇ ਪ੍ਰਵਾਨ ਨਹੀਂ। ਵਿਖਾਵੇ ਵਾਸਤੇ ਕੀਤੇ ਕਰਮ ਜਿਹੜੇ ਨੇ ਉਹ ਮੈਨੂੰ ਪ੍ਰਵਾਨ ਨਹੀਂ ਹਨ। ਤੂੰ ਲੋਕਾਂ ਨੂੰ ਵਿਖਾਉਣ ਵਾਸਤੇ ਮੀਂਡੀਆਂ ਗੁੰਦਦੀ ਫਿਰੀ ਰਹੀ, ਯਾਨੀ ਕਿ ਕਰਮਕਾਂਡ ਕਰਦੀ ਰਹੀ। ਵਿਖਾਵੇ ਦੇ ਤੇਰੇ ਕੀਤੇ ਹੋਏ ਕਰਮਾਂ ਕਰਕੇ ਤੂੰ ਮੇਰੇ ਦਰ ਤੇ ਮੈਨੂੰ ਕਬੂਲ ਨਹੀਂ ਹੈ, ਪ੍ਰਵਾਨ ਨਹੀਂ ਹੈ। ਤੇ ਜਦੋਂ ਪਾਤਸ਼ਾਹ ਕਹਿੰਦੇ ਅੱਗੇ ਗਈ ਹੋਈ ਨਾ ਮੰਨੀ ਗਈ ਤੇ ਫਿਰ ਮਰੋ ਵਸੂਰ ਵਸੂਰੇ। ਫਿਰ ਮਰਦੀ ਹੈ ਚੁਰ ਚੁਰ ਕੇ। ਇਹਨੂੰ ਬਾਰ-ਬਾਰ ਮਰਨਾ ਪੈਂਦਾ, ਬਾਰ-ਬਾਰ ਜੰਮਣਾ ਪੈਂਦਾ ਹੈ। ਮੈਰੋ ਵੰਦੀ ਸਭ ਜਗ ਰੁੰਨਾ ਰੁਨੜੇ ਵਨਹੁ ਪੰਖੇਰੂ। ਏ ਵਾਹਿਗੁਰੂ, ਤੇਰੇ ਵਿਛੋੜੇ ਦੀ ਤੜਫ ਦੇ ਵਿੱਚ ਮੈਂ ਰੋਂਦੀ ਹਾਂ। ਮੈਂ ਰੋਵੰਦੀ, ਮੈਂ ਰੋਂਦੀ ਹਾਂ ਤੇਰੇ ਵਿਛੋੜੇ ਦੀ ਤੜਫ ਵਿੱਚ। ਮੈਨੂੰ ਰੋਂਦੀ ਕੁਰਲਾਉਂਦੀ ਨੂੰ ਵੇਖ ਕੇ ਸਭ ਜਗ ਰੁੰਨਾ, ਸਾਰਾ ਸੰਸਾਰ ਰੋਂਦਾ ਹੈ। ਮਹਾਰਾਜ, ਇਤਨੀ ਬੇਬਲ ਹੋਈ ਮੈਂ ਤੇਰੇ ਵਿਛੋੜੇ ਦੀ ਤੜਫ ਦੇ ਵਿੱਚ। ਮੈਨੂੰ ਰੋਂਦੀ ਕੁਰਲਾਉਂਦੀ ਨੂੰ ਤੱਕ ਕੇ ਜੰਗਲਾਂ ਦੇ ਪੰਛੀ ਵੀ ਰੋ ਪਏ। ਰੁੰਨੜੇ ਵਣੋ ਪੰਖੇਰੂ। ਵਣੋ ਦਾ ਮਤਲਬ ਹੁੰਦਾ ਜੰਗਲ 'ਚ ਰਹਿਣ ਵਾਲੇ ਜਿਹੜੇ ਪੰਖੇਰੂ ਪੰਛੀ ਨੇ, ਉਹ ਵੀ ਰੋ ਪਏ। ਹੇ ਵਾਹਿਗੁਰੂ, ਤੇਰੇ ਵਿਛੋੜੇ ਦੀ ਤੜਫ ਦੇ ਵਿੱਚ ਮੈਨੂੰ ਤੜਫਦਿਆਂ ਤੇ ਰੋਂਦਿਆਂ ਕੁਰਲਾਉਂਦਿਆਂ ਤੱਕ ਕੇ ਜੰਗਲ ਦੇ ਪੰਛੀ ਵੀ ਰੋ ਪਏ, ਸਾਰਾ ਜੱਗ ਰੋ ਪਿਆ, ਕੁਰਲਾ ਪਿਆ ਮੈਂ ਰੋਵੰਦੀ ਨੂੰ ਵੇਖ ਕੇ। ਇਕ ਨ ਰੁੰਨਾ ਮੇਰੇ ਤਨ ਕਾ ਬਿਰਹਾ ਜਿਨਹੁ ਬਿਰਹਿ ਵਿਛੋੜੀ। ਮੇਰੇ ਇਸ ਇੱਕ ਤਨ ਦਾ ਬਿਰਹਾ ਨਹੀਂ, ਇਹਨੂੰ ਨਹੀਂ ਮੇਰੇ ਤੇ ਤਰਸ ਆਇਆ। ਜਿਹੜਾ ਵਿਛੋੜਾ ਸੀ ਇਹਨੂੰ ਮੇਰੇ ਤੇ ਦਇਆ ਨਹੀਂ ਆਈ। ਜਿਸ ਵਿਛੋੜੇ ਨੇ ਮੈਨੂੰ ਜਿਨਹੁ ਪਿਰਹੋ ਵਿਛੋੜੀ, ਮੈਨੂੰ ਉਸ ਪਿਰਪਤੀ ਪ੍ਰਮਾਤਮਾ ਤੋਂ ਵਿਛੋੜਿਆ ਹੋਇਆ ਸੀ, ਉਸ ਵਿਛੋੜੇ ਨੂੰ ਮੇਰੇ ਤੇ ਤਰਸ ਨਹੀਂ ਆਇਆ। ਆਖੋ ਸਤਿਨਾਮ ਸ੍ਰੀ। ਵਿਛੋੜੇ ਦੀ ਤੜਫ ਵਿੱਚ ਤੜਫਦੀ ਰੋਂਦੀ ਨੂੰ ਵੇਖ ਕੇ ਜੱਗ ਰੋਇਆ, ਜੰਗਲਾਂ ਦੇ ਪੰਛੀ ਵੀ ਰੋਏ। ਪਰ ਮੇਰੇ ਜਿਸ ਤਨ ਦੇ ਵਿਛੋੜੇ ਨੇ ਮੈਨੂੰ ਉਸ ਪ੍ਰਭੂ ਤੋਂ ਵਿਛੋੜਿਆ ਹੋਇਆ, ਉਸ ਵਿਛੋੜੇ ਨੂੰ ਮੇਰੇ ਤੇ ਤਰਸ ਨਹੀਂ ਆਇਆ ਕਿ ਮੈਂ ਇਹਦੇ ਤੇ ਤਰਸ ਕਰਾਂ ਤੇ ਪ੍ਰਮਾਤਮਾ ਨਾਲ ਮਿਲਾ ਦਿਆਂ। ਉਸ ਤਨ ਦਾ ਬਿਰਹਾ ਨਹੀਂ ਵਿਛੜਿਆ। ਜਿਸ ਤਨ ਦੇ ਬਿਰਹੋ ਨੇ ਮੈਨੂੰ ਉਸ ਮਾਲਕ ਤੋਂ ਵਿਛੋੜਿਆ ਹੋਇਆ ਸੀ, ਉਹਨੂੰ ਮੇਰੇ ਤੇ ਤਰਸ ਨਹੀਂ ਆਇਆ, ਉਹਨੂੰ ਮੇਰੇ ਤੇ ਦਇਆ ਨਹੀਂ ਆਈ। ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਕਹਿੰਦੇ ਵਿਛੋੜੇ ਦੀ ਤੜਫ ਵਿੱਚ ਪਹਿਲੀ ਗੱਲ ਨੀਂਦ ਨਹੀਂ ਆਉਂਦੀ। ਤੜਫਦੇ ਦੀ ਕਿਤੇ ਮਾੜੀ ਜੀ ਅੱਖ ਲੱਗੀ ਤੇ ਅੱਖ ਲੱਗੀ ਵਿੱਚ ਸੁਪਨਾ ਆਇਆ। ਸੁਪਨਾ ਜਦੋਂ ਆਇਆ ਤੇ ਸੁਪਨੇ ਵਿੱਚ ਫਿਰ ਮੇਰਾ ਰੱਬ ਆਇਆ, ਮੈਨੂੰ ਉਹਦੇ ਦਰਸ਼ਨ ਹੋਏ। ਜਿਹਦੇ ਤੋਂ ਮੈਂ ਵਿਛੜੀ ਹੋਈ ਸੀ ਉਹਦੇ ਦਰਸ਼ਨ ਹੋਏ, ਉਹਦੇ ਦੀਦਾਰ ਹੋਏ। ਆਹਾ, ਜਦੋਂ ਉਹਦੇ ਦਰਸ਼ਨ ਹੋਏ ਤੇ ਖੇੜਾ ਖਿੜ ਗਿਆ। ਸੁਪਨੇ ਵਿੱਚ ਜਦੋਂ ਉਹਦੇ ਦੀਦਾਰ ਹੋਏ, ਆਹਾ, ਉਹਦੀ ਕਲਗੀ, ਉਸ ਕਲਗੀ ਦੀ ਆਬ, ਉਹਦੇ ਨੇਤਰਾਂ ਦੇ ਦੀਦਾਰ ਤੇ ਮਸਤੀ, ਖੇੜਾ ਖਿੜ ਗਿਆ। ਕਮਲ ਸਰੀਖੇ ਸੁੰਦਰ ਪੌਹਾਂ, ਨੇਤਰਾਂ ਦੀਆਂ ਪਲਕਾਂ ਨੂੰ ਵੇਖ ਕੇ ਖੇੜਾ ਖਿੜ ਗਿਆ। ਸੁਪਨੇ ਵਿੱਚ ਆਏ, ਬੜੇ ਸੁੰਦਰ, ਅਤੀ ਸੁੰਦਰ, ਪਰ ਸੁਪਨਾ ਸੀ ਕਿੰਨਾ ਕੁ ਚਿਰ ਰਹਿੰਦਾ ਹੈ। ਅੱਖਾਂ
ਅੱਖਾਂ ਖੁੱਲੀਆਂ ਤੇ ਸੁਪਨਾ ਵੀ ਚਲਾ ਗਿਆ। ਸੁਪਨਾ ਗਿਆ ਤੇ ਸੁਪਨੇ ਵਿੱਚ ਉਹ ਵੀ ਗਿਆ ਜਿਹੜਾ ਸੁਪਨੇ 'ਚ ਆਇਆ ਸੀ, ਉਹ ਵੀ ਨਾ ਰਿਹਾ। ਤੇ ਜਦੋਂ ਚਲਾ ਗਿਆ, ਨੇਤਰਾਂ ਦੀਆਂ ਬੁੱਕਾਂ ਭਰ ਭਰ ਕੇ ਜਲ ਦੀਆਂ ਮੈਂ ਰੋਣ ਲੱਗਾ। ਮੈਂ ਜਲ ਭਰਿਆ ਰੋਏ, ਜਿਵੇਂ ਕਹਿੰਦੇ ਨੇ ਬੁੱਕ ਭਰ ਭਰ ਕੇ ਰੋਣਾ, ਕਹਿੰਦੇ ਨੇਤਰਾਂ ਦੀਆਂ ਜਲ ਦੀਆਂ ਬੁੱਕਾਂ ਭਰ ਭਰ ਕੇ ਉਹਦੇ ਵਿਛੋੜੇ 'ਚ ਮੈਂ ਫੇਰ ਰੋਣ ਲੱਗਾ, ਕਿਉਂਕਿ ਸੁਪਨੇ ਵਿੱਚ ਆਇਆ ਸੀ, ਸੁਪਨਾ ਚਲਾ ਗਿਆ ਤੇ ਉਹ ਵੀ ਚਲਾ ਗਿਆ। ਸੁਪਨ ਚਰਿत्र चित्र बानक बने बचित्र पावन पवित्र मित्र आज मोरे आए हैं। सुपने विच आया, बड़ा सोहना स्वरूप। आहा, हे गुरु हरगोबिंद साहब, बड़ा सोहना रूप तुहाडा, बड़े सुंदर नेत्र, बड़े दयालु, बड़े कृपालु, हस हस के बचन करते। अचानक अख खुल गई बबीहे दे बोलण नाल, चातरिक शब्द सुन अखियां उघर गई, भई जल मीन गत बिरहा जगाए हैं। जदों बबीहे दे बोलण नाल अखां खुलियां ते मेरियां अखां विचों मेरा साहब अलोप हो गया ते मैं इउं रोई तड़फी जिवें मच्छी पानी बिना तड़फदी है। बिरहा दी गत इउं जाग पई। डॉक्टर भाई वीर सिंह साहब लिखते ने, सुपने विच तुसी मिले असानू, असां धागल वकड़ी पाई, निरा नूर तुसी हथ ना आए, साडी कंबदी रही कलाई। सुपने विच तुसी आए ते नूर ही नूर सी, आहा प्रकाश ही प्रकाश सी। मैं घुट के गल वकड़ी च लिया, इन्ना नूर सी, इन्ना प्रकाश सी, इतनी रोशनी सी कि मैं पकड़ना चाहया, पकड़ विच नहीं आए ते मेरियां बाहां कंबदियां रहियां ते नेत्र खुल गए। सुपन दर्शन जो जागदियां असीं सोचदे हां, जो जागदियां असीं करदे हां, वो सुपने विच भी करदे हां। सुपने उस तरह के बनते हैं जिस तरह के जागदियां दे संस्कार हों। ऐसा नहीं होंदा कि असी दिने सोच कुछ होर रहीए ते रात नूं सुपना कुछ होर आवे। असी कहने जी अजीबो गरीब सुपने आए ने, असी दिने कोई ना कोई संकल्प विकल्प भी अजीबो गरीब कीता होना, पर असी भुल जाने आ। पर वो साडे गले विच छुपी हुई जिहड़ी सूक्ष्म एक नाड़ी है, स्वपन नाड़ी, ਉਹਦੇ ਵਿੱਚ ਜਾ ਕੇ ਇਕੱਠੇ ਹੋ ਜਾਂਦੇ ਨੇ। ਉੱਥੋਂ ਸੁਪਨਿਆਂ ਦਾ ਜਗਤ ਰਚਿਆ ਜਾਂਦਾ, ਸੁਪਨਿਆਂ ਦੀ ਸ੍ਰਿਸ਼ਟੀ ਰਚੀ ਜਾਂਦੀ ਹੈ। ਜਦੋਂ ਜਾਗਦੇ ਆ ਉਸ ਨਿਰੰਕਾਰ ਦੇ ਦਰਸ਼ਨਾਂ ਦੀ ਤਾਂਘ ਹੋਵੇਗੀ। ਗੁਰਦੇਵ ਦੇ ਦਰਸ਼ਨ ਕਰ ਰਹੇ ਹੋ, ਕਥਾ ਕੀਰਤਨ ਕਰ ਸੁਣ ਰਹੇ ਹੋ, ਬਾਣੀ ਪੜ੍ਹ ਰਹੇ ਹੋ, ਤੇ ਸੁਪਨੇ ਵੀ ਉਸੇ ਤਰ੍ਹਾਂ ਦੇ ਹੋਣਗੇ। ਸੁਪਨੇ ਵਿੱਚ ਵੀ ਕਿਤੇ ਨਾ ਕਿਤੇ ਗੁਰਸਥਾਨ ਦੀ ਯਾਤਰਾ ਕਰ ਰਹੇ ਹੋਵੋਗੇ, किते कीर्तन सुन रहे होवोगे, किते कथा सुन रहे होवोगे, किते बाणी पढ़ रहे होवोगे। जे जागदियां ऐसा कीता तो इस करके जागदियां जदों परमात्मा दे विछोड़े दी तड़फ विच तड़फदे रहे तां सुपने विच आके मिलिया, थोड़ी जी तसल्ली हुई, उहदे झलकदे सी, उहदे दर्शन होए। पर की करा, सुपना सी, पी गया, चला गया। जदों सुपने विच आया होया वो चला गया। मैं जल भरिया रोए, मैं बुक्कां भर भर के रोया। आए न सका तुझ कन प्यारे, भेज न सका कोय। हुण सुपने दी वो केड़ी जगह सी जिथे मैं फिर दोबारा जावां, जिथे वो मैनू मिलिया सी, मैनू ठिकाने दा नहीं पता। महाराज आ मैं सकदा नहीं, क्योंकि पता नहीं आवां किथे, ना मैं किसे नू भेज सकदा, भेजा भी किहनू, कौन जावे तेरे ताईं मेरा सुनेहा लैके। महाराज ना आप आ सकदा,
ਨਾ ਕਿਸੇ ਨੂੰ ਭੇਜ ਸਕਦਾ। ਭਾਈ ਸਾਈਂ ਦਾਸ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਂਢੂ ਸਨ ਭਾਈ ਸਾਈਂ ਦਾਸ ਜੀ, ਡਰੋਲੀ 'ਚ ਘਰ ਬਣਾਇਆ। ਬੀਬੀ ਰਾਮੋ ਕਹਿਣ ਲੱਗੀ ਵੀ ਘਰ ਬਣਾਇਆ ਤੇ ਆਪਾਂ ਗੁਰੂ ਸਾਹਿਬ ਜੀ ਨੂੰ ਸੱਦਾ ਭੇਜੀਏ ਤੇ ਬੁਲਾ ਲਈਏ, ਜਾਂ ਆਪ ਜਾ ਕੇ ਸੱਦ ਕੇ ਬੁਲਾ ਲਿਆਈਏ। ਭਾਈ ਸਾਈਂ ਦਾਸ ਕਹਿੰਦਾ, ਰਾਮੋ ਕੀ ਮੇਰਾ ਗੁਰੂ ਜਾਣਦਾ ਨਹੀਂ ਕਿ ਮੈਂ ਮਕਾਨ ਬਣਾਇਆ? ਇਹ ਤਾਂ ਉਹਨਾਂ ਦਾ ਹੀ ਬਣਾਇਆ ਹੋਇਆ, ਉਹਨਾਂ ਦੀ ਕਿਰਪਾ ਨਾਲ ਹੀ ਬਣਿਆ। ਉਹਨਾਂ ਨੂੰ ਨਹੀਂ ਪਤਾ ਮੈਂ ਆਪਣੇ ਸੇਵਕ ਦੇ ਘਰ ਆਉਣਾ? ਉਹ ਜਾਣਦੇ ਨੇ, ਆਪੇ ਆਉਣਗੇ। ਕੁਝ ਦਿਨ ਬੀਤੇ, ਰਾਮੋ ਥੋੜੀ ਜਿਹੀ ਕਾਹਲੀ ਪਈ ਹੋਈ ਕਹਿੰਦੀ ਆ, ਜੇ ਕੋਈ ਬੰਦਾ ਨਹੀਂ ਭੇਜਣਾ ਤੇ ਆਪਾਂ ਜਾ ਕੇ ਬੇਨਤੀ ਕਰਾਈਏ। ਰਾਮੋ ਮੇਰੇ ਗੁਰੂ ਪਾਤਸ਼ਾਹ ਅੰਤਰਜਾਮੀ ਨੇ, ਆਪੇ ਆਉਣਗੇ। ਉਧਰ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਖਿੱਚ ਪਈ। ਸੇਵਾਦਾਰਾਂ ਨੂੰ ਕਹਿੰਦੇ ਤਿਆਰੀ ਕਰੋ, ਡਰੋਲੀ ਚੱਲੀਏ। ਤੇ ਝੱਟ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਡਰੋਲੀ ਆਏ ਤੇ ਭਾਈ ਸਾਈਂ ਦਾਸ ਨੂੰ ਆਵਾਜ਼ ਮਾਰੀ, ਸਾਈਂ ਦਾਸ ਲਿਆ ਚਾਬੀ, ਤੇਰੇ ਘਰ ਦਾ ਤਾਲਾ ਖੋਲੀਏ। ਕਿਉਂਕਿ ਤਾਲਾ ਮਾਰ ਦਿੱਤਾ ਸੀ ਮਕਾਨ ਬਣਾ ਕੇ, ਵੀ ਜਦੋਂ ਸਾਹਿਬ ਆਉਣਗੇ ਆਪਣੇ ਹੱਥੀਂ ਖੋਲਣਗੇ। ਵਿੱਚ ਪਲਗਾ ਲਾ ਦਿੱਤਾ, ਚੰਦੋਆ ਤਾਣ ਕੇ, ਵੀ ਅੰਦਰ ਆ ਕੇ ਸਾਹਿਬ ਪਹਿਲਾਂ ਬੈਠਣਗੇ, ਫਿਰ ਬਾਅਦ ਚ ਮੈਂ ਪ੍ਰਵੇਸ਼ ਕਰਨਾ। ਮਹਾਰਾਜ ਆ ਮੈਂ ਸਕਦਾ ਨਹੀਂ, ਤੁਹਾਡੇ ਤਾਈਂ ਨਹੀਂ ਜਾਣਦਾ ਕਿੱਥੇ ਹੋ। ਭੇਜ ਮੈਂ ਸਕਦਾ ਨਹੀਂ ਕਿਸੇ ਨੂੰ ਤੁਹਾਡੇ ਤਾਈਂ, ਕਿ ਭੇਜਾਂ ਕਿਹਨੂੰ, ਕਿਉਂਕਿ ਟਿਕਾਣੇ ਦਾ ਨਹੀਂ ਪਤਾ। ਹਾਂਜੀ, ਆਓ ਸੁਭਾਗੀ ਨੀਂਦੜੀਐ, ਮਤ ਸੋ ਦੇਖਾ ਸੋਏ। ਹੁਣ ਤਾਂ ਮੈਂ ਅਰਦਾਸ ਕਰਦਾ ਹਾਂ ਕਿ ਉਹ ਸੁਪਨਾ ਫੇਰ ਆਵੇ, ਭਾਗਾਂ ਭਰੀ ਨੀਂਦ ਫੇਰ ਆਵੇ, ਤੇ ਸੁਭਾਗੀ ਭਾਗਾਂ ਭਰੀ ਨੀਂਦ ਆਵੇ, ਤੇ ਉਸ ਨੀਂਦ ਵਿੱਚ ਮੈਨੂੰ ਫਿਰ ਸੁਪਨਾ ਆਵੇ ਤੇ ਮੈਂ ਸੁਪਨੇ ਵਿੱਚ ਆਪਣੇ ਸਹੁ ਦੇ, ਆਪਣੇ ਮਾਲਕ ਦੇ ਦਰਸ਼ਨ ਕਰਾਂ। ਕਿਉਂਕਿ ਸੁਪਨੇ ਵਿੱਚ ਮਿਲੇ ਸੀ। ਸੁਪਨੇ ਦੀ ਕਿਹੜੀ ਉਹ ਜਗ੍ਹਾ ਸੀ, ਕਿਹੜਾ ਉਹ ਟਿਕਾਣਾ ਸੀ, ਮੈਨੂੰ ਨਹੀਂ ਪਤਾ। ਹੁਣ ਬੇਨਤੀ ਕਰਦਾ, ਹੈ ਭਾਗਾਂ ਭਰੀਏ ਨੀਂਦੇ ਤੂੰ ਆ, ਸ਼ਾਇਦ ਤੇਰੇ ਆਉਂਦਿਆਂ ਮੁੜ ਸੁਪਨਾ ਆਵੇ ਤੇ ਸੁਪਨੇ ਵਿੱਚ ਮੈਂ ਆਪਣੇ ਸਹੁ ਨੂੰ ਵੇਖਾਂ। ਏਦਾਂ ਵੀ ਮਹਾਂਪੁਰਸ਼ ਕਹਿੰਦੇ ਆ, ਵਿਕਾਰਾਂ ਵੱਲੋਂ ਮੈਨੂੰ ਭਾਗਾਂ ਭਰੀ ਨੀਂਦ ਆ ਜੇ। ਸੰਸਾਰ ਦੇ ਵਿਕਾਰਾਂ ਵੱਲੋਂ ਮੈਂ ਸੌਂ ਜਾਵਾਂ। ਜਦੋਂ ਸੰਸਾਰ ਦੇ ਵਿਕਾਰਾਂ ਵੱਲੋਂ ਮੈਂ ਸੌਂ ਜਾਵਾਂ, ਫਿਰ ਮੇਰਾ ਸਹੁ ਆਉਂਦਾ, ਫਿਰ ਮੇਰਾ ਮਾਲਕ ਆਉਂਦਾ ਹੈ। ਤੈ ਸਾਹਿਬ ਕੀ ਬਾਤ ਜੀ ਆਖੈ, ਕਹੋ ਨਾਨਕ ਕਿਆ ਦੀਜੈ। ਮੇਰੇ ਸਾਹਿਬ ਦੀ ਕੋਈ ਮੈਨੂੰ ਬਾਤ ਸੁਣਾਵੇ, ਮੇਰੇ ਮਾਲਕ ਦੇ ਘਰ ਦੀ ਮੈਨੂੰ ਕੋਈ ਕਥਾ ਸੁਣਾਵੇ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਉਹਨੂੰ ਕੀ ਭੇਟ ਕਰਾਂ ਜਿਹੜਾ ਮੇਰੇ ਸਾਹਿਬ ਦੀ ਬਾਤ ਸੁਣਾਵੇ? ਉਹਨੂੰ ਕੀ ਭੇਟਾ ਕਰਾਂ, ਉਹਨੂੰ ਅਰਪਣ ਕੀ ਕਰਾਂ? ਜਿਹੜਾ ਮੇਰੇ ਸਹੁ ਦੀ ਮੈਨੂੰ ਬਾਤ ਸੁਣਾਵੇ, ਉਹਨੂੰ ਭੇਟ ਕੀ ਕਰਾਂ? ਕਹੋ ਨਾਨਕ ਕਿਆ ਦੀਜੈ, ਮੈਂ ਉਹਨੂੰ ਕੀ ਅਰਪਣ ਕਰਾਂ? ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਹਿੰਦੇ ਕੋਈ ਚੀਜ਼ ਮੈਨੂੰ ਦਿਸਦੀ ਹੈ, ਉਹ ਹੈ ਮੇਰਾ ਸੀਸ। ਮੈਂ ਆਪਣੇ ਹੰਕਾਰ ਰੂਪੀ ਸਿਰ ਨੂੰ ਵੱਢ ਕੇ ਉਹਨਾਂ ਦੇ ਬੈਠਣ ਦਾ ਮੂੜਾ ਬਣਾ ਦਿਆਂ, ਔਰ ਹੰਕਾਰ ਰੂਪੀ ਸਿਰ ਤੋਂ ਬਿਨਾਂ ਉਹਨਾਂ ਦੀ ਸੇਵਾ ਕਰਾਂ। ਵਿਣ ਸਿਰ ਸੇਵ ਕਰੀਜੈ, ਬਿਨਾਂ ਸਿਰ ਤੋਂ ਉਹਨਾਂ ਦੀ ਸੇਵਾ ਕਰਾਂ। ਸਿਰ ਵੱਢ ਕੇ ਭੇਟ ਕਰ ਦਿਆਂ, ਉਹਨਾਂ ਦੇ ਬੈਠਣ ਨੂੰ ਜਗ੍ਹਾ ਬਣਾ ਦਿਆਂ, ਮੂੜਾ ਬਣਾ ਦਿਆਂ, ਔਰ ਹੰਕਾਰ ਰੂਪੀ ਸਿਰ ਤੋਂ ਬਿਨਾਂ ਹੰਕਾਰ ਨੂੰ ਤਿਆਗ ਕੇ ਉਹਨਾਂ ਦੀ ਸੇਵਾ ਕਰਾਂ। ਕਿਉ ਨਾ ਮਰੀਜੈ ਜੀਉੜਾ ਨਾ ਦੀਜੈ, ਜਾ ਸੋ ਭਇਆ ਵਿੜਾਣਾ। ਕਿਉਂ ਨਾ ਮਰ ਜਾਵਾਂ, ਕਿਉਂ ਨਾ ਮੈਂ ਆਪਣਾ ਜੀੜਾ ਉਹਦੇ ਚਰਨਾਂ 'ਚ ਭੇਟ ਕਰ ਦਿਆਂ, ਜੇ ਮੇਰਾ ਸਹੁ ਮੇਰੇ ਤੋਂ ਬਗਾਨਾ ਹੋਇਆ ਫਿਰਦਾ ਹੈ ਤੇ ਉਹਨੂੰ ਆਪਣਾ ਕਰਨ ਵਾਸਤੇ ਮੈਂ ਕਿਉਂ ਨਾ ਮਰ ਜਾਵਾਂ, ਕਿਉਂ ਨਾ ਆਪਣਾ ਜੀੜਾ ਉਹਦੇ ਚਰਨਾਂ 'ਚ ਭੇਟ ਕਰਾਂ। ਇਹ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਹਨ, ਅਗਾਧ ਬੋਧ ਹਨ।
हे ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੀ ਪਾਵਨ ਬਾਣੀ ਨੂੰ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਕਿਰਪਾ ਕਰਨੀ ਗਰੀਬ ਨਵਾਜ ਪਾਤਸ਼ਾਹ, ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨੀ। ਵਾਹਿਗੁਰੂ 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 ਮੋਰੀ ਰੁਣ ਚੁਣ ਲਾਇਆ, 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 ਮੋਰੀ ਰੁਣ ਚੁਣ ਲਾਇਆ। ਭੈਣੇ ਸਾਵਣ ਆਇਆ, 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 ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੇ ਵਡਾ, ਤੇਰੇ ਮੁੰਦ ਕਟਾਰੇ ਜੇ ਵਡਾ, ਮੁੰਦ ਕਟਾਰੇ ਜੇ ਵਡਾ, ਮੁੰਦ ਕਟਾਰੇ ਜੇ ਵਡਾ। ਤਿਨ ਲੋਭੀ ਲੋਭ ਲੁਭਾਇਆ, ਤਿਨ ਲੋਭੀ ਲੋਭ ਲੁਭਾਇਆ, ਤਿਨ ਲੋਭੀ ਲੋਭ ਲੁਭਾਇਆ, ਤਿਨ ਲੋਭੀ ਲੋਭ ਲੁਭਾਇਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਪਹਿਰਦਾਸ ਜਿਓ, ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਸੁਖ ਕਨੇਰ ਕੋਇ ਨਾ ਜਾਣੈ, ਊਚੇ ਤੇ ਸਗਲ ਸਮਗਰੀ ਤੁਮਰਾ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮਿਤ ਨਾਨਕ ਦਾਸ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਾ ਸਾਮੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ
ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਉ ਨਿਦ ਆਵੈ ਤਾਏ। ਸਭ ਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਰੇ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਦਿਨਾਂ ਨਾਮ ਜਪਿਆ ਵੰਡ ਕੇ ਛਕਿਆ। ਦੇਗ ਚਲਾਈ ਤੇਗ ਵਾਈ ਦੇਖਿਆ ਨਡਿੱਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਰੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤੁ ਸੀਸ ਦਿੱਤੇ ਬੰਦ ਬੰਦ ਕਟਾਏ। ਖੋਪਰੀਆਂ ਲੋਹਾਈਆਂ ਚਰਖਰੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇ ਸਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਓਂ ਜੀ ਕਾ ਧਿਆਨ ਧਰ ਕੇ ਬੋਲੋ ਜੇ। ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਪਤੇ ਬਿਰਦ ਕੀ ਬਾਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਿਰੇ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ। ਪਿਆਰੇ ਖਾਲਸਾ ਜੀ ਨੂੰ ਬਖਸ਼ ਹੇ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਣ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜੂਰ ਅੰਮ੍ਰਿਤ ਵੇਲੇ ਤੋਂ ਸੱਚਖੰਡ ਦੀਵਾਨ ਸਜਾਏ ਗਏ। ਸਜੇ ਦੀਵਾਨਾ ਅੰਦਰ ਆਸਾ ਦੀਵਾਰ ਦੇ ਕੀਰਤਨ ਆਨੰਦ ਸਾਹਿਬ ਜੀ ਕੀ 6 ਪੌੜੀਆਂ ਜੀ ਕੇ ਗਾਇਨ ਗੁਰ ਸ਼ਬਦ ਦੀ ਵਿਚਾਰਾਂ ਹੋਈਆਂ ਹਨ। ਸਮੁੱਚੀ ਸੇਵਾ ਨਿਭਾਉਂਦਿਆਂ ਕੋਲੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਅਗਾਹਾਂ ਤੋਂ ਸਮਤ ਬਖਸ਼ਿਸ਼ ਕਰਨੀ। ਗੁਰਬਾਣੀ ਦਾ ਭਾਵ ਦਰਿਆਈ ਸਾਧ ਸੰਗਤ ਦੇ ਹਿਰਦੇ ਵਿੱਚ ਵਸਾਉਣਾ। ਦਰਿਆਈ ਸਾਧ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ।
ਆਪਣੇ ਦਰੋ ਘਰੋ ਗੁਰ ਸਿੱਖੀ ਜੀਵਨ ਨਾਮ ਦੀ ਰਾਤ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀ ਦਾਤ ਸ਼ੋਭ ਮਨੋਰਥ ਪੂਰੇ ਕਰਨੇ ਯਾਤਰਾ ਸਫਲੀ ਕਰਨੀ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਤਿਗੁਰੂ ਜੀ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਸੋ ਕੋਏ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈਆ ਕਾਲ ਕੀ ਸਭ ਸਿੱਖਾਂ ਕੋ ਕਮਹਿ ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਕੁਆਰੇ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵ ਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਰ ਤਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰੂ ਅਮਰਦਾਸ ਕੀ ਕਥ ਕਥਾ ਹੈ ਇੱਕ ਜੀ ਕਛ ਕਹੀ ਨ ਜਾਈ सोडी श्रेष्ठ सगल तारण को अब गुरु रामदास को मिली बड़ाई हम अवगुण भरे एक गुण नाही अमृत छाड़ बिख बिख खाही माया मोह भरम भै भूले सुत धारा संप्रीत लगाई एक उत्तम पंथ सुनियो गुर संगत तह बलंजम त्रास मटाई एक अरदास पाठ कीरत की गुरु रामदास रखो शरणाई सुको टलंगोर सेविया अहनस सहज सपाय दर्शन परसे गुरु के जन्म मरण दुख जाय होवे सेवतख संबंधी नूरे अरसह करसह झटिया तोद डिठे सच्चे पातशाह
ਮਲ ਜਨਮ ਜਨਮ ਦੀ